Suman visited the to Harike Patran Lake along with their teacher, and there they saw crane like birds. Anchal asked her teacher about birds. What would the teacher have told about birds to them? Endemic birds, migratory birds, endangered birds, none of the above। ਠੀਕ ਹੈ ਨਾ ਬੇਟਾ, ਕਿਉਂਕਿ ਪੰਛੀ ਸਿਰਫ ਕਦੇ ਕਦੇ ਦਿਸਦੇ ਆ ਸਰਦੀਆਂ ਨੂੰ, ਇਸ ਕਰਕੇ ਇਹ ਪੰਛੀ ਕਿਹੜੇ ਹੋਣੇ ਆ, ਮਾਈਗ੍ਰੇਟਰੀ ਮਾਈਗ੍ਰੇਟਰੀ ਅਵਾਰਡਸ। ਨੈਕਸਟ ਹੈਗਾ ਨਵੀਨ ਵਿਜ਼ਿਟਡ ਸਾਇੰਸ ਸਿਟੀ ਵਿਦ ਹਿਸ ਪੇਰੈਂਟਸ। ਕੋਈ ਸਾਇੰਸ ਸਿਟੀ ਗਿਆ ਬੇਟਾ ਤੁਹਾਡੇ ਚੋਂ? ਮੇਰੀ ਕੋਈ ਬਾਤ ਨਹੀਂ, ਕੋਈ ਗੱਲ ਨਹੀਂ, ਤੁਸੀਂ ਵੇਟ ਕਰੋ 10ਵੀਂ ਤੱਕ ਤੁਹਾਨੂੰ ਸਾਇੰਸ ਸਿਟੀ ਵੀ ਦਿਖਾ ਦਿੱਤਾ ਜਾਊਗਾ। ਠੀਕ ਹੈ। ਦੇਰ ਹੀ ਸਾ skeleton of tiger, he asked his father about its species, his father told, ਦੇਖੋ skeleton of tiger, ਠੀਕ ਹੈ ਨਾ। ਉਹ ਜਿਹੜਾ ਟਾਈਗਰ ਹੈਗਾ ਸਾਡਾ, ਜਿਹਨੂੰ ਅਸੀਂ ਚੀਤਾ ਕਹਿੰਦੇ ਆ, ਨੈਸ਼ਨਲ ਐਨੀਮਲ ਜਿਹੜਾ ਸਾਡਾ ਆ, ਉਹ ਬੇਟਾ ਕੀ ਹੈ, ਦੈਟ ਇਜ਼ ਐਂਡੇਂਜਰਡ ਸਪੀਸੀਜ਼। ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਵੀ ਉਹਦੀ ਜਿਹੜੀ ਗਿਣਤੀ ਆ, ਉਹਦੀ ਇਸ ਗਿਣਤੀ ਇੰਨੀ ਘਟ ਗਈ ਆ ਵੀ ਅਗਰ ਇਹ ਹਾਲ ਰਿਹਾ ਤਾਂ ਉਹ ਕੀ ਹੋਣਾ, ਇਸ ਦੁਨੀਆ ਤੋਂ ਖਤਮ ਹੋ ਜਾਣਾ। ਉਹ ਸਪੀਸੀਜ਼ ਕੀ ਕਹਿੰਦੀ, ਜਿਹੜੀ ਜੈਟ ਹਰ ਮਤਲਬ ਐਂਡਡ ਮਤਲਬ ਬੈਨਿਸਡ ਫਰੋਮ ਦਾ ਵਰਲਡ, ਮਤਲਬ ਉਹ ਜਾਤੀਆਂ ਜਿਹੜੀਆਂ ਖਤਮ ਹੋ ਗਈਆਂ, ਅਸੀਂ ਉਹਨਾਂ ਨੂੰ ਕੀ ਕਹਿੰਦੇ ਆ, ਇੰਡੇਂਜਰਡ ਸਪੀਸੀਜ਼, ਜਿਹੜੀਆਂ ਖਤਮ ਹੋ ਚੁੱਕੀਆਂ ਆ, ਜਿਹੜੀਆਂ ਬਹੁਤ ਖਤਮ ਹੋ ਚੁੱਕੀਆਂ, ਉਹ ਹੈਗੀਆਂ ਐਕਸਟਿੰਕਟ ਸਪੀਸੀਜ਼। ਠੀਕ ਹੈ ਨਾ। ਜਿਹੜੀਆਂ ਖਾਸ ਹੁੰਦੀਆਂ ਉਹ ਐਂਡੈਮਿਕ ਹੁੰਦੀਆਂ, ਜਿਹੜੀਆਂ ਜਿਨ੍ਹਾਂ ਦੀ ਖਤਰਾ ਪੈਦਾ ਹੋ ਗਿਆ ਵੀ endangered species। ਕਰ ਟਾਈਗਰ ਕੀ ਆ, ਟਾਈਗਰ ਇਜ਼ ਐਨ endangered species। ਬੇਟਾ ਬਾਕੀ ਬੋਲਿਆ ਕਰੋ, ਠੀਕ ਆ। ਆਪਾਂ ਦੇਖੋ ਗਰੁੱਪ ਦੇ ਵਿੱਚ ਇਸ ਵੇਲੇ ਕਿੰਨੇ ਜੁੜੇ ਹੋਏ ਬੱਚੇ, ਨੀਤਕਾ, ਮਨਸਵੀ, ਹਰਸ਼ ਕੁਮਾਰ, ਵੰਸ਼ਿਕਾ, ਮਾਨਸੀ, ਬੇਟਾ ਸਾਰੇ ਬੋਲਿਆ ਕਰੋ, ਠੀਕ ਆ। ਬਾਕੀ ਜਿਹੜੇ ਬੱਚੇ ਤੁਹਾਡੇ ਗਰੁੱਪ ਦੇ ਵਿੱਚ ਹੈਗੇ ਆ ਤਾਂ ਉਹ ਮੈਨੂੰ ਲੱਗਦਾ ਨਹੀਂ, ਉਹਨਾਂ ਨੂੰ ਵੀ ਕਿਹਾ ਕਰੋ ਵੀ ਗਰੁੱਪ ਵਿੱਚ ਜੁਆਇਨ ਕਰਿਆ ਕਰੋ। ਮੈਂ 2-4 ਦਿਨ ਦੇਖਣੇ ਆ, ਜਿੰਨੇ ਤੁਸੀਂ ਬੱਚੇ ਹੈਗੇ ਨਾ, ਬਸ ਫਿਰ ਆਪਾਂ ਛੱਡ ਦੇਣੇ ਸਾਰੇ, ਇਹ ਕੱਢ ਦੇਣੇ ਬਾਕੀ ਜਿਹੜੇ ਨਹੀਂ। ਹਾਂ ਬੇਟਾ, ਥਰਡ ਕੁਐਸਚਨ ਹੈ, ਉਮੇਸ਼ ਵਿਜ਼ਿਟਡ ਧਰਮਸ਼ਾਲਾ ਲਾਸਟ ਵੀਕ, ਦੇਅਰ ਹੀ ਸਾ ਟਰੀਜ਼ ਆਫ ਦਿਓਦਾਰ ਐਂਡ ਪਾਈਨ, ਮਤਲਬ ਕੁਦਰਤੀ ਦਰਖਤ ਹੁੰਦੇ ਹੀ ਹੁੰਦੇ ਉੱਥੇ। There he saw some organisms which are found only in that area। ਲਾਈਨ ਆ ਗਈ, ਮਤਲਬ ਉਹ ਧਰਮਸ਼ਾਲਾ ਗਏ, ਉੱਥੇ ਉਹਨੇ ਟਰੀ ਦੇਖੇ, ਦੇਵਦਾਰ ਤੇ ਪਾਈਨ ਦੇ ਦੇਖੇ। ਉੱਥੇ ਕੀ ਦੇਖਿਆ, there he some organism which are found only in that area। ਤਾਂ ਜਿਹੜੇ ਓਨਲੀ ਇਨ ਸਪੈਸੀਫਿਕ ਏਰੀਆ ਹੁੰਦੇ ਆ, ਅਸੀਂ ਉਹਨਾਂ ਨੂੰ ਕੀ ਕਹਿੰਦੇ ਆ, such species are called endemic species। ਮਤਲਬ species found in particular area। ਆਪਾਂ ਪੜਿਆ ਸੀ ਨਾ ਬਟ endemic species, the species that are found ਜਾਂ native to a particular area only, ਜਿਹੜੇ ਸਿਰਫ ਖਾਸ ਏਰੀਆ 'ਚ ਪਾਏ ਜਾਂਦੇ ਆ, ਉਹਨਾਂ ਨੂੰ ਅਸੀਂ ਬੋਲਦੇ ਆ ਖਾਸ ਸਥਾਨਕ ਪ੍ਰਜਾਤੀਆਂ, ਜਾਂ ਅਸੀਂ ਕਹਿੰਦੇ ਆ ਐਂਡੇਮਿਕ ਸਪੀਸੀਜ਼। ਮਤਲਬ ਇਹ ਜਿਹੜੀ ਲਾਈਨ ਹੈ ਨਾ, ਇਹ ਲਾਈਨ ਯਾਦ ਰੱਖਣੀ ਆ, organisms which are found only in a particular area। ਠੀਕ ਹੈ ਨਾ। ਪਾਰਟੀਕੂਲਰ ਏਰੀਆ ਦੇ ਜਿਹੜੇ ਹੁਣ ਧਰਮਸ਼ਾਲਾ ਦੀ ਗੱਲ ਕਰ ਰਹੇ ਨਾ, ਉਹ ਧਰਮਸ਼ਾਲਾ ਦੀ, ਤੇ ਧਰਮਸ਼ਾਲਾ ਦੇ ਜਿਹੜੇ ਖਾਸ ਜਿਹੜੇ ਜੀਵ ਹੋਣੇ ਉਹ ਧਰਮਸ਼ਾਲਾ 'ਚ ਹੀ ਹੋਣੇ ਆ, ਉਹ ਸਾਡੇ ਪੰਜਾਬ ਦੇ ਵਿੱਚ ਉਹ ਨਹੀਂ ਹੋਣੇ। ਇਸ ਕਰਕੇ ਉਹਨਾਂ ਨੂੰ ਅਸੀਂ ਬੋਲਦੇ ਆ ਐਂਡੇਮਿਕ ਸਪੀਸੀਜ਼। ਠੀਕ ਹੈ ਬੇਟਾ। ਨੈਕਸਟ ਐਂਡੇਮਿਕ ਸਪੀਸੀਜ਼। ਨੈਕਸਟ ਬੇਟਾ ਹੈਗਾ, ਰਜਿੰਦਰ ਵੈਂਟ ਟੂ ਦਿੱਲੀ ਇਨ ਦਾ ਜੂਨ ਵਕੇਸ਼ਨ ਟੂ ਵਿਜ਼ਿਟ ਜੂ। In zoo he saw national animal tiger. His teacher told him that tiger is an endangered species। Rajinder asked his teacher about the book, नाम आ गया ना, book where record of such endangered species is kept। What would his teacher have told him? हाँ भाई, ਕਿਹੜੀ ਬੁੱਕ ਦੇ ਵਿੱਚ ਰਿਕਾਰਡ ਰੱਖਦੇ ਬੱਚੇ? In red data book here, it is a source book। Red data book here, it is a source book in which record of endangered species is maintained। ਆਪਾਂ ਪੜ੍ਹਿਆ ਸੀ ਰੈਡ ਡਾਟਾ ਬੁੱਕ ਦੇ ਬਾਰੇ। ਬੇਟਾ ਇੱਕ ਕੰਮ ਕਰਿਆ ਕਰੋ, ਜਦੋਂ ਕਲਾਸ ਕਰਨੇ ਨਾ, ਥੋੜਾ
ਘਰਦਿਆਂ ਤੋਂ ਵੱਖ ਹੋ ਜਾ ਕਰੋ, ਭੈਣ ਭਰਾਵਾਂ ਤੋਂ, ਛੋਟਿਆਂ ਤੋਂ, ਕਿਉਂਕਿ ਉਹਨਾਂ ਦਾ ਕੰਮ ਤਾਂ ਡਿਸਟਰਬ ਕਰਨਾ ਹੀ ਹੁੰਦਾ ਆ। ਉਹ ਰੁਕ ਨਹੀਂ ਸਕਦੇ ਹੈਗੇ, ਅਸੀਂ ਉਹਨਾਂ ਨੂੰ ਖਿੱਚ ਵੀ ਨਹੀਂ ਸਕਦੇ। ਠੀਕ ਹੈ ਨਾ, ਉਹਨੇ ਆਪਣੀ ਮਸਤੀ ਕਰਨੀ ਕਰਨੀ, ਉਹਨਾਂ ਨੂੰ ਕੀ ਪਤਾ ਵੀ ਕਿਆ ਹੋ ਰਿਹਾ। ਠੀਕ ਹੈ ਨਾ, ਤੁਸੀਂ ਉਹਦੇ ਨਾਲ ਡਿਸਟਰਬੈਂਸ ਕ੍ਰੀਏਟ ਹੁੰਦੀ ਹੈ ਥੋੜ੍ਹੀ ਜਿਹੀ, ਉਹ ਤੋਂ ਬਚਿਆ ਕਰੋ। ਠੀਕ ਹੈ, ਥੋੜ੍ਹਾ ਜਿਹਾ ਅਲੱਗ ਜਿਹਾ ਬਹਿ ਜਾ ਕਰੋ, ਪਰ ਅਲੱਗ ਬਹਿ ਕੇ ਸਿਰਫ ਪੜ੍ਹਾਈ 'ਤੇ ਧਿਆਨ ਦੇਣਾ। ਫੋਕਸ ਓਨਲੀ ਔਨ ਸਟੱਡੀ। ਓਕੇ ਸਰ। ਮਤਲਬ ਇਹ ਮੰਤਰ ਆਪਣਾ ਆਪਣੇ ਓਕੇ ਸਰ। ਓਕੇ ਸਰ। ਆਪਣੇ ਦਿਮਾਗ 'ਚ ਵਸਾ ਲਓ ਵੀ ਅਸੀਂ ਜ਼ਿੰਦਗੀ 'ਚ ਕੁਝ ਬਣਨਾ ਤੇ ਪੜ੍ਹ ਕੇ ਬਣਨਾ। ਠੀਕ ਹੈ ਨਾ, ਹੋਰ ਕੋਈ ਤਰੀਕਾ ਨਹੀਂ। ਇੱਕ ਗੱਲ ਯਾਦ ਰੱਖਿਓ ਬੇਟਾ, ਗੁਰਬਾਣੀ 'ਚ ਲਿਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਉਹਦਾ ਮਤਲਬ ਕੀ ਆ, ਜੇਕਰ ਵਿਦਿਆ ਨੂੰ ਪੜ੍ਹ ਕੇ ਵਿਚਾਰ ਕਰਾਂਗੇ, ਉਹ 'ਤੇ ਅਮਲ ਕਰਾਂਗੇ, ਫਿਰ ਉਹ ਪਰਉਪਕਾਰ ਕਰਦੀ ਆ। ਹੁਣ ਉਹਦੀ ਉਦਾਹਰਨ ਮੈਂ ਦਿੰਦਾ, ਆਪਣੀ ਐਗਜ਼ਾਮਪਲ ਦਿੰਦਾ ਬੇਟਾ। ਮੈਂ ਜਿਹੜਾ ਨਾ, ਮੈਂ ਇਸ ਤਰ੍ਹਾਂ ਦੇ ਖਾਨਦਾਨ 'ਚੋਂ ਆਇਆ। ਮੇਰਾ ਇਹੋ ਜਿਹੇ ਹਾਲਾਤ ਸੀਗੇ, ਤੁਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੇ ਘਰ ਕਿੱਦਾਂ ਦਾ ਸੀਗਾ, ਕਿੰਨੇ ਅਸੀਂ ਗਰੀਬ ਸੀਗੇ। ਮਤਲਬ ਇੱਕ ਸਾਡਾ ਸਾਰੀ ਉਮਰ ਇੱਕੋ ਕਮਰਾ ਰਿਹਾ ਸਾਡਾ, ਅੱਜ ਵੀ ਕਮਰਾ ਸਾਡਾ ਉਹ ਕਾਇਮ ਆ, ਢਾਇਆ ਨਹੀਂ ਹੈਗਾ। ਮਤਲਬ ਬਹੁਤ ਗਰੀਬ, ਸਿਰਫ ਪੜ੍ਹਾਈ ਐਜੂਕੇਸ਼ਨ ਕਰਕੇ। ਮੈਂ ਪੜ੍ਹਨ ਨੂੰ ਹੁਸ਼ਿਆਰ ਸੀਗਾ, ਸਰਕਾਰੀ ਸਕੂਲਾਂ 'ਚ ਪੜ੍ਹਿਆ ਮੈਂ। ਦੇਖੋ ਸਭ ਤੋਂ ਵੱਡੀ ਗੱਲ ਆ, ਮੈਂ ਸਰਕਾਰੀ ਸਕੂਲਾਂ 'ਚ ਪੜ੍ਹਿਆ, ਪਰ ਇੱਕੋ ਟਾਰਗੇਟ ਸੀ, ਪੜ੍ਹਨਾ। ਠੀਕ ਹੈ ਨਾ, ਜੇ ਮੈਂ ਪੜ੍ਹ ਗਿਆ ਤਾਂ ਮੈਂ ਅੱਜ ਕੁਝ ਬਣ ਗਿਆ। ਹਾਂ, ਜਿੱਦਾਂ ਤੁਸੀਂ ਪੜ੍ਹ ਜਾਣਾ, ਤੁਸੀਂ ਸਾਰਿਆਂ ਨੇ ਕੁਛ ਨਾ ਕੁਛ ਬਣ ਜਾਣਾ। ਠੀਕ ਹੈ ਨਾ, ਪੜ੍ਹਾਈ ਕੀਤੀ ਨਹੀਂ ਕਿਤੇ ਬੇਕਾਰ ਜਾਂਦੀ। ਠੀਕ ਆ, ਉਹਦਾ ਡਿਸਟਰਬੈਂਸ ਬੰਦ ਕਰੋ ਥੋੜੀ ਜਿਹੀ। ਚਲੋ ਆਪਾਂ ਹੁਣ ਗੱਲਾਂ ਨਹੀਂ ਕਰਨੀਆਂ, ਆਪਾਂ ਚੱਲਦੇ ਹਾਂ। ਠੀਕ ਹੈ ਨਾ, ਰੈੱਡ ਡਾਟਾ ਬੁੱਕ ਆ, ਇਟ ਇਜ਼ ਏ ਸੋਰਸ ਬੁੱਕ। ਇਹਦੇ ਵਿੱਚ ਰਿਕਾਰਡ ਆਫ ਇੰਡੇਂਜਰਡ ਸਪੀਸੀਜ਼ ਮੇਨਟੇਨਡ। ਨੈਕਸਟ, ਸਾਕਸ਼ੀ ਬੋਲੂਗੀ ਕੀ ਲਿਖਿਆ ਇਹਦੇ ਵਿੱਚ। ਸਾਕਸ਼ੀ ਨੇ ਅਨਮਿਊਟ ਕਰਨਾ, ਕੱਲੀ ਸਾਕਸ਼ੀ ਹੈਗੀ ਬੈਠੀ। ਯੈਸ ਸਰ। ਹਾਂ ਬੇਟਾ, ਨੈਕਸਟ ਕੁਐਸਚਨ ਪੜੋ। Will visited Satpura National Park. While visiting. While visited Satpura National Park, Sukhvinder saw a board on which Satpura Tiger Reserve was written. He asked his teacher about its main purpose. What would teacher have told him? ਇੱਕ ਮਿੰਟ ਬੇਟਾ, ਦੇਖੋ ਜਿਹੜਾ ਨਾ ਟਾਈਗਰ ਰਿਜ਼ਰਵ, ਟਾਈਗਰ ਰਿਜ਼ਰਵ ਦਾ ਮਤਲਬ ਹੁੰਦਾ ਜਦੋਂ ਨਾ ਕਿਸੇ ਐਨੀਮਲ ਦਾ ਨਾਮ ਲਿਖਤਾ ਜਾਵੇ ਵੀ ਇਹ ਫਲਾਨਾ ਰਿਜ਼ਰਵ ਆ ਜੀ, ਉਹਦਾ ਮਤਲਬ ਹੋਣਾ ਵੀ ਉਸ ਏਰੀਆ ਦੇ ਵਿੱਚ ਉਹ ਜਿਹੜਾ ਜਿਹਦਾ ਨਾਮ ਲਿਖਿਆ ਜਾਨਵਰ ਦਾ, ਉਸ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਇੱਥੇ ਕੀ ਲਿਖਿਆ ਆ, ਇੱਥੇ ਲਿਖਿਆ ਸਤਪੁੜਾ ਟਾਈਗਰ ਰਿਜ਼ਰਵ। ਇਹਦਾ ਮਤਲਬ ਉਹਦੇ ਵਿੱਚ ਕਿਹਦੀ ਐਗਜ਼ਿਸਟੈਂਸ ਨੂੰ ਬਚਾਉਣਾ ਆ। ਠੀਕ ਹੈ ਨਾ, ਦੇਖੋ ਟੂ ਸੇਵ ਐਗਜ਼ਿਸਟੈਂਸ ਆਫ ਐਲੀਫੈਂਟਸ, ਬਫੈਲੋਜ਼, ਸਵੈਂਪ ਡੀਅਰ, ਤੇ ਪਰ ਨਾਮ ਕਿਹਦਾ ਲਿਖਿਆ ਉਹਦੇ ਉੱਤੇ, ਟਾਈਗਰ। ਹਾਂ, ਇਸ ਕਰਕੇ ਇਹ ਕਿਹਨੂੰ ਬਚਾਇਆ ਜਾਣਾ ਇਹਦੇ ਵਿੱਚ, ਟੂ ਸੇਵ ਐਗਜ਼ਿਸਟੈਂਸ ਆਫ ਟਾਈਗਰਸ। ਮਤਲਬ ਟਾਈਗਰ ਨੂੰ, ਹਾਂ ਐਗਜ਼ਿਸਟੈਂਸ ਬੇਟਾ, ਐਗਜ਼ਿਸਟੈਂਸ ਦਾ ਮਤਲਬ ਹੁੰਦਾ ਵੀ ਕਿਸੇ ਵੀ ਜੀਵ ਦੀ ਹੋਂਦ ਨੂੰ ਬਚਾ ਕੇ ਰੱਖਣਾ, ਵੀ ਉਹ ਖਤਮ ਨਾ ਹੋ ਜਾਵੇ, ਵੀ ਤਾਂ ਕਿ ਉਹ ਦੁਨੀਆ 'ਤੇ ਰਹੇ। ਠੀਕ ਹੈ ਨਾ, ਟੂ ਸੇਵ ਐਗਜ਼ਿਸਟੈਂਸ ਆਫ ਟਾਈਗਰ। ਜੇ ਉਹ ਕਿਤੇ ਬਫੈਲੋ ਦਾ ਹੋਵੇ, ਠੀਕ ਹੈ ਨਾ, ਜੇ ਕੋਈ ਨਾਮ ਜਿਹਦਾ ਨਾਮ ਲਿਖਿਆ ਨਾ, ਅਸੀਂ ਉਹਦੇ ਹਿਸਾਬ ਨਾਲ ਦੇਖ ਲੈਣਾ ਉਹਨੂੰ। ਠੀਕ ਆ ਜੀ, ਅੱਗੇ ਪਵਿੱਤਰ ਕੌਰ। ਨੈਕਸਟ ਕੁਐਸਚਨ ਬੇਟਾ, ਕੁਐਸਚਨ ਨੰਬਰ 6 ਪੜੋ। ਪਵਿੱਤਰ ਕੌਰ। Neeraj and Bharat want to visit the Panchmadi Biosphere Reserve. Which state should they go to? ਹਾਂ, ਮਤਲਬ ਪੰਚਮੜੀ ਜਿਹੜੀ ਬਾਇਓਸਫੀਅਰ ਰਿਜ਼ਰਵ ਆ, ਉਹ ਕਿਸ ਏਰੀਆ ਦੇ ਵਿੱਚ ਆ, ਉਹ ਕਿਸ ਸਟੇਟ ਦੇ ਵਿੱਚ ਆ। ਦੇਖੋ ਬੇਟਾ, ਹੈਗਾ ਮੱਧ ਪ੍ਰਦੇਸ਼ ਦੇ ਵਿੱਚ। ਠੀਕ ਆ ਜੀ, ਇਹ ਡਾਇਰੈਕਟ ਯਾਦ ਕਰ ਲੈਣਾ ਵੀ ਪੰਚਮੜੀ ਬਾਇਓਸਫੀਅਰ ਰਿਜ਼ਰਵ ਇਜ਼ ਇਨ ਮੱਧ ਪ੍ਰਦੇਸ਼, MP ਦੇ ਵਿੱਚ। ਨੈਕਸਟ ਪੂਜਾ। Okay, sir. Aman was going to his uncle's home through a forest.
He saw that some person were cutting trees. He suggested them not to cut the trees so that ਹਾਂ ਹੁਣ ਬੇਟਾ ਉਹ ਜੰਗਲ ਕੱਟ ਰਹੇ ਸੀਗੇ ਤੇ ਉਹਨਾਂ ਨੂੰ ਸਮਝਾਉਣਾ ਹੈ ਵੀ ਜੰਗਲ ਨਾ ਕੱਟੋ। ਅਗਲਾ ਕਹੂਗਾ ਤੈਨੂੰ ਕੀ ਵੀ ਅਸੀਂ ਜੰਗਲ ਕਾਹਲੇ ਨਾ ਕੱਟੀਏ। ਫਿਰ ਆਪਾਂ ਸਮਝਾਉਣਾ ਆ ਬੇਟਾ ਵੀ ਆਹ ਜੰਗਲ ਕੱਟਾਂਗੇ ਤੇ ਇਹ ਕੁਝ ਹੋ ਸਕਦਾ। ਮਤਲਬ ਉੱਥੇ ਕੀ ਹੈ ਨਾ, ਕਨਸੀਕੁਐਂਸਿਸ ਆਫ ਡੀਫੋਰੈਸਟੇਸ਼ਨ। ਮਤਲਬ ਜਦੋਂ ਆਪਾਂ ਸੁਣਾ ਕਿ ਤੂੰ ਜੰਗਲ ਨਾ ਕੱਟੋ ਤੇ ਉੱਥੇ ਕੀ ਸਮਝਾਉਣਾ ਅਸੀਂ। ਫਿਰ ਅਸੀਂ ਨੂੰ ਅਸੀਂ ਉਹਨਾਂ ਨੂੰ ਸਮਝਾਉਣਾ ਹੈਗਾ ਕਨਸੀਕੁਐਂਸਿਸ ਆਫ ਡੀਫੋਰੈਸਟੇਸ਼ਨ, ਵੀ ਆਪਾਂ ਕਿਉਂ ਨਹੀਂ ਕੱਟਣੇਗਾ। ਟੂ ਪ੍ਰੀਵੈਂਟ ਸੋਇਲ ਇਰੋਜਨ, ਭਾਈ ਜੇ ਜੰਗਲ ਕੱਟਾਂਗੇ ਤੇ ਸੋਇਲ ਇਰੋਜਨ ਹੋ ਸਕਦਾ। ਟੂ ਸੇਵ ਲਿਵਿੰਗ ਪਲੇਸਿਸ ਆਫ ਆਰਗੇਨਿਜ਼ਮ, ਅਗਰ ਜੰਗਲ ਕੱਟ ਦਿੱਤੇ ਜਿਹੜੇ ਜੰਗਲੀ ਜੀਵ ਆ ਕਿੱਥੇ ਜਾਣਗੇ ਵਿਚਾਰੇ ਇਹ, ਠੀਕ ਹੈ ਨਾ। ਟੂ ਮੇਨਟੇਨ ਬੈਲੈਂਸ ਆਫ ਆਕਸੀਜਨ, ਬੈਲੈਂਸ ਇਨ ਨੇਚਰ, ਕਿਉਂਕਿ ਪਲਾਂਟਸ ਜਿਹੜੇ ਆ ਉਹ ਏਅਰ ਦੇ ਵਿੱਚ ਬੇਟਾ ਮਿਊਟ ਕਰ ਦਿੰਦੇ। ਹਾਂਜੀ ਆਪਾਂ ਕਿੱਥੇ ਸੀਗੇ? ਆਪਾਂ ਗੱਲ ਕਰਦੇ ਸੀ ਵੀ ਜਿਹੜਾ ਪਲਾਂਟਸ contain balance of oxygen station. ਹਾਂ ਬੇਟਾ ਉਹ ਕਿਉਂ ਆ, ਕਿਉਂਕਿ ਇਹ ਸਾਰੇ ਜਿਹੜਾ ਪਲਾਂਟਸ ਹੈਗੇ ਦੇ ਟੇਕ ਕਾਰਬਨ ਡਾਈਆਕਸਾਈਡ ਫਰੋਮ ਦਾ ਐਟਮੋਸਫੀਅਰ ਐਂਡ ਗਿਵ ਆਊਟ ਆਕਸੀਜਨ, ਠੀਕ ਹੈ ਨਾ। ਅਗਰ ਉਹ ਕਾਰਬਨ ਡਾਈਆਕਸਾਈਡ ਲੈਣਗੇ, ਫੋਟੋਸਿੰਥਸਿਸ ਹੋਊਗਾ, ਫਿਰ ਪੈਦਾ ਹੋਣੀ ਆਕਸੀਜਨ। ਔਰ ਕਦੋਂ ਪੈਦਾ ਹੋਣੀ ਆ? ਜਦੋਂ ਫੋਟੋਸਿੰਥਸਿਸ ਹੋਣਾ। ਫੋਟੋਸਿੰਥਸਿਸ ਕਦੋਂ ਹੋਊਗਾ? ਜੇਕਰ ਪਲਾਂਟਸ ਹੋਣਗੇ, ਠੀਕ ਹੈ ਨਾ। ਅਗਰ ਪਲਾਂਟਸ ਨਹੀਂ ਹੈ ਤਾਂ ਫੋਟੋਸਿੰਥਸਿਸ ਨਹੀਂ ਹੋਣਾ। ਅਗਰ ਫੋਟੋਸਿੰਥਸਿਸ ਨਹੀਂ ਹੋਣਾ ਤੇ ਕਾਰਬਨ ਡਾਈਆਕਸਾਈਡ ਘਟਣੀ ਨਹੀਂ, ਆਕਸੀਜਨ ਵਧਣੀ ਨਹੀਂ ਹੈਗੀ, ਸਿੱਧਾ ਹੀ ਗੱਲ ਆ। ਮਤਲਬ ਸਾਰਾ ਕੁਝ ਕਿਹਦੇ ਨਾਲ ਜੁੜਿਆ ਹੋਇਆ? ਵਿਦ ਇਟ ਇਜ਼ ਰਿਲੇਟਡ ਟੂ ਦਾ ਪਲਾਂਟਸ। ਪੌਦੇ ਹੋਣਗੇ, ਫੋਟੋਸਿੰਥਸਿਸ ਪ੍ਰੋਸੈਸ ਹੋਊਗਾ, ਉਹ ਪ੍ਰੋਸੈਸ ਹੋਊਗਾ ਤਾਂ ਐਟਮੋਸਫੀਅਰ ਦੇ ਵਿੱਚ ਆਕਸੀਜਨ ਜਿਹੜੀ ਆ ਉਹ ਰਿਲੀਜ਼ ਹੋਊਗੀ। ਇਸ ਕਰਕੇ ਸਾਰਾ ਕੁਝ ਕੀ ਹੈਗਾ ਵੀ ਜਿੰਨੇ ਵੀ ਨੁਕਸਾਨ ਹੋਣੇ ਆ ਉਹਨਾਂ ਨੂੰ ਸਾਰੇ ਦੱਸ ਦੇਣੇ ਆ। ਵੀ ਰੇਨਫਾਲ ਬਈ ਘਟ ਜਾਊਗਾ, ਫਲਾਨਾ ਹੋ ਜਾਊਗਾ। ਪੜ੍ਹੇ ਸੀ ਨਾ ਡੀਫੋਰੈਸਟੇਸ਼ਨ ਦੇ ਜਿੰਨੇ ਵੀ ਕਨਸੀਕੁਐਂਸਿਸ ਆਫ ਡੀਫੋਰੈਸਟੇਸ਼ਨ, ਉਹ ਸਾਰੇ ਦੇ ਸਾਰੇ ਇਨਵੋਲਵ ਹੋ ਜਾਣੇ ਆ। ਇਸ ਕਰਕੇ ਦਾ ਆਨਸਰ ਕੀ ਹੈਗਾ? ਆਲ ਆਫ ਦਾ ਅਬਵ। All of the above. ਹਾਂਜੀ ਮਾਨਸੀ ਹੈ, ਮਾਨਸੀ। ਹਾਂ ਬੇਟਾ ਬੋਲੋ ਅੱਗੇ। Sanctuary is a place where ਹਾਂ ਮਤਲਬ ਸੈਂਚਰੀ ਆਪਾਂ ਪੜ੍ਹਿਆ ਸੀ ਨਾ, ਵਾਈਲਡ ਲਾਈਫ ਸੈਂਚਰੀ, ਨੈਸ਼ਨਲ ਪਾਰਕ ਤੇ ਬਾਇਓਸਫੀਅਰ ਰਿਜ਼ਰਵ। ਸੈਂਚਰੀ ਕੀ ਹੈ? ਇਟ ਇਜ਼ ਅ ਪਲੇਸ ਵੇਅਰ ਵਾਈਲਡ ਐਨੀਮਲਸ ਆਰ ਪ੍ਰੋਟੈਕਟਡ, ਪਲਾਂਟਸ ਆਰ ਪ੍ਰੋਟੈਕਟਡ, ਆਫਸ ਆਫ ਦਾ ਫੋਰੈਸਟ ਡਿਪਾਰਟਮੈਂਟ, ਇਟ ਟਰਾਈਬਲ ਵਿਲੇਜ ਇਜ਼ ਪ੍ਰੋਟੈਕਟਡ। ਬਸ ਇਹ ਸਾਰਾ ਕੁਝ ਜਿਹੜਾ ਆਣਾ ਬਾਇਓਸਫੀਅਰ ਰਿਜ਼ਰਵ ਦੇ ਵਿੱਚ ਆਣਾ, ਸਾਰਾ ਕੁਛ ਹੀ, ਠੀਕ ਹੈ ਨਾ। ਕੋਈ ਬਾਇਓਸਫੀਅਰ ਰਿਜ਼ਰਵ ਵੱਡਾ ਏਰੀਆ ਹੋ ਜਾਂਦਾ ਹੈ ਤੇ ਉਹ ਤੋਂ ਬਾਅਦ ਜਿਹੜਾ ਸਾਡੇ ਕੋਲ ਨੈਸ਼ਨਲ ਪਾਰਕ ਆ ਉਹ ਥੋੜ੍ਹਾ ਛੋਟਾ ਤੇ ਵਾਈਲਡ ਲਾਈਫ ਸੈਂਚੁਰੀ ਛੋਟਾ। ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਅਸੀਂ ਮਿਲਾ ਦਿੰਦੇ ਹਾਂ, ਉਹ ਸਾਡਾ ਕੋਲ ਬਣ ਜਾਂਦਾ ਛੋਟੀ ਜਿਹੜੀ ਯੂਨਿਟ ਵਾ, ਠੀਕ ਹੈ ਨਾ। ਪਲਾਂਟਸ ਐਂਡ ਐਨੀਮਲ ਕੰਜ਼ਰਵ ਕਰਦੇ, ਦੈਟ ਇਜ਼ ਵਾਈਲਡ ਲਾਈਫ ਸੈਂਚੁਰੀ। ਇਸ ਕਰਕੇ ਇੱਕੋ ਕੰਮ ਹੋਣਾ ਇੱਥੇ, ਵਾਈਲਡ ਐਨੀਮਲਸ ਆਰ ਪ੍ਰੋਟੈਕਟਡ। ਮਨਸਵੀ, ਮਨਸਵੀ ਮਨਸਵੀ ਬੋਲੋ ਬੇਟਾ ਅੱਗੇ। ਮਾਈਗ੍ਰੇਟਰੀ ਬਰਡਸ ਫਲਾਈ ਟੂ ਫਾਰ ਅਵੇ ਪਲੇਸਿਸ ਬਿਕੋਜ਼ ਆਫ, ਹਾਂ ਵੀ ਕਿਉਂ ਜਾਂਦੇ ਆ ਮਾਈਗ੍ਰੇਟਰੀ ਬਰਡ? ਆਪਾਂ ਦੱਸਿਆ ਸੀ ਨਾ ਪਹਿਲਾਂ, ਦੈਟ ਇਜ਼ ਬਿਕੋਜ਼ ਆਫ ਦਾ ਕਲਾਈਮੇਟਿਕ ਚੇਂਜ। ਬੇਟਾ ਇਹ ਜਿਹੜਾ ਹੈ ਨਾ ਮਾਈਗ੍ਰੇਟਰੀ ਬਰਡਸ ਫਲਾਈ ਟੂ ਫਾਰ ਅਵੇ ਪਲੇਸਿਸ ਬਿਕੋਜ਼ ਆਫ ਕਲਾਈਮੇਟਿਕ ਚੇਂਜਿਸ, ਦਿਸ ਇਜ਼ ਨੋਨ ਐਜ਼, ਇਹਨੂੰ ਆਪਾਂ ਕੀ ਕਹਿੰਦੇ ਆ? ਦਿਸ ਪ੍ਰੋਸੈਸ ਨੋਨ ਐਜ਼, ਦਿਸ ਪ੍ਰੋਸੈਸ ਇਜ਼ ਨੋਨ ਐਜ਼, ਜਿਹੜੇ ਪ੍ਰਵਾਸੀ ਪੰਛੀ ਆ, ਮਾਈਗ੍ਰੇਟਰੀ ਬਰਡ ਆ, ਇੱਕ ਥਾਂ ਦੂਜੀ ਥਾਂ ਤੇ ਜਾਂਦੇ ਆ, ਉਸ ਪ੍ਰੋਸੈਸ ਦਾ ਨਾਮ ਕੀ ਆ? ਉਸ ਪ੍ਰੋਸੈਸ ਦਾ ਨਾਮ ਕੀ? ਮਾਈਗ੍ਰੇਸ਼ਨ। ਯੈਸ, ਮਾਈਗ੍ਰੇਸ਼ਨ। ਕਿਹਨੇ ਦੱਸਿਆ ਸੀ ਪਹਿਲਾਂ ਇਹ? ਸਰ ਪੂਜਾ। ਹਾਂ ਮਾਈਗ੍ਰੇਸ਼ਨ, ਠੀਕ ਹੈ ਨਾ। ਮਾਈਗ੍ਰੇਸ਼ਨ ਇਟ ਇਜ਼ ਅ ਪ੍ਰੋਸੈਸ ਇਨ ਵਿੱਚ, ਦੇਖ ਕੇ ਤਾਂ ਨਹੀਂ ਪੜ੍ਹਿਆ? ਨੋ ਸਰ। ਹਾਂ ਬੇਟਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਜੋ ਕੁਛ ਆਪਾਂ ਪੜ੍ਹਦੇ ਹਾਂ ਨਾ, ਯੂ ਹੈਵ ਟੂ ਰਿਮੈਂਬਰ। ਬਹੁਤ ਟਾਈਮ ਹੁੰਦਾ, ਦੇਖੋ ਸਵੇਰੇ ਹਿੰਦੀ ਦੀ ਕਲਾਸ ਲੱਗੀ ਨਾ 8 ਵਜੇ,
Yes, sir. ਹੁਣ ਤੁਹਾਡੀ ਲੱਗੇ ਕਲਾਸ ਲੱਗੇ ਮੈਥ ਦੀ ਕਲਾਸ, ਅਗਰ ਮੈਡਮ ਨੇ 2-4 ਦਿਨ ਵਿੱਚ ਨਹੀਂ ਲਗਾਈ ਤਾਂ ਫਿਰ ਅਸ਼ਵਨੀ ਸਰ ਲਗਾ ਲਿਆ ਕਰਨਗੇ। ਠੀਕ ਹੈ ਨਾ ਠੀਕ ਹੈ ਨਾ ਬੇਟਾ। ਕਲਾਸ ਲਗਾਉਣ ਤੋਂ ਬਾਅਦ ਆਪਾਂ ਸਾਰਾ ਦਿਨ ਵਿਹਲੇ ਆ, ਸਾਰਾ ਦਿਨ ਵਿਹਲੇ ਆ। ਉਹ ਡੇਲੀ ਟਾਈਮ ਦੇ ਵਿੱਚ ਟੀਵੀ ਨੂੰ ਵੇਖਣਾ, ਪੜ੍ਹਾਈ ਕਰਕੇ ਕਾਪੀਆਂ ਲੈ ਕੇ ਯਾਦ ਕਰਨੀਆਂ। ਠੀਕ ਹੈ ਜੀ। ਅੱਗੇ ਹੈਗਾ ਜਗਜੀਤ ਵਾਜ਼ ਗੋਇੰਗ ਟੂ ਹੁਸ਼ਿਆਰਪੁਰ ਵਿਦ ਹਿਜ਼ ਫਾਦਰ, ਹੀ ਰੈਡ ਏ ਬੋਰਡ ਅਬਾਊਟ ਸੇਵਿੰਗ ਫੋਰੈਸਟ ਐਂਡ ਵਾਈਲਡ ਲਾਈਫ, ਹੀ ਆਸਕਡ ਹਿਜ਼ ਫਾਦਰ ਵਾਈ ਫੋਰੈਸਟ ਐਂਡ ਵਾਈਲਡ ਲਾਈਫ ਸ਼ੁੱਡ ਬੀ ਕੰਜ਼ਰਵ। ਦੇਖੋ ਇੱਥੇ ਉਹੀ ਕੌਨਸੀਕੁਐਂਸਿਸ ਆ ਜਾਣੇ ਆ ਵੀ ਜੇਕਰ ਜੰਗਲ ਨਹੀਂ ਬਚਾਵਾਂਗੇ ਤਾਂ ਇਹ ਨੁਕਸਾਨ ਹੋਣਾ। ਕੀ ਨੁਕਸਾਨ ਹੋ ਸਕਦਾ? ਡਿਊ ਟੂ ਦਿਸ ਅਰਥਸ ਟੈਂਪਰੇਚਰ ਇਜ਼ ਨੋਟ ਇਨਕਰੀਜ਼, ਕਿਉਂਕਿ ਅਗਰ ਆਪਾਂ ਜੰਗਲ ਨਹੀਂ ਕੱਟਾਂਗੇ ਤਾਂ ਅਰਥ ਦਾ ਟੈਂਪਰੇਚਰ ਨਹੀਂ ਰਾਈਜ਼ ਹੋਣਾ। ਕੱਟ ਦਿੱਤੇ ਤਾਂ ਟੈਂਪਰੇਚਰ ਆਫ ਦਾ ਅਰਥ ਰਾਈਜ਼। ਇਕੋਲੋਜੀਕਲ ਬੈਲੈਂਸ ਇਜ਼ ਨੋਟ ਡਿਸਟਰਬ, ਆਪਾਂ ਲਿਖਿਆ ਸੀ ਨਾ ਫਿਰ ਡਿਊ ਟੂ ਡਿਫਰੈਸਟੇਸ਼ਨ ਨੈਚੁਰਲ ਬੈਲੈਂਸ ਇਜ਼ ਡਿਸਟਰਬਡ। ਹੁਣ ਜੰਗਲ ਨਹੀਂ ਕੱਟਾਂਗੇ ਉਹ ਬੈਲੈਂਸ ਹੀ ਬਣਿਆ ਰਹਿਣਾ। ਡਿਊ ਟੂ ਦਿਸ ਲੈਵਲ ਆਫ ਕਾਰਬਨ ਡਾਈਆਕਸਾਈਡ ਇਜ਼ ਨੋਟ ਇਨਕਰੀਜ਼ਡ ਇਨ ਅਰਥ ਐਟਮੋਸਫੀਅਰ, ਜੰਗਲ ਕੱਟਾਂਗੇ ਤਾਂ ਕਾਰਬਨ ਡਾਈਆਕਸਾਈਡ ਦਾ CO2 ਦਾ ਲੈਵਲ ਵੱਧ ਜਾਣਾ, ਅਗਰ ਨਹੀਂ ਕੱਟਾਂਗੇ ਤਾਂ ਲੈਵਲ ਨਹੀਂ ਵਧਣਾ, ਸਹੀ ਰਹਿਣਾ। ਹਾਂ, ਇਸ ਕਰਕੇ ਆਨਸਰ ਦਾ ਕੀ ਹੈਗਾ? ਆਲ ਆਫ ਦਾ ਅਬਵ। ਇਸ ਕਰਕੇ ਜੰਗਲ ਬਚਾਉਣੇ ਆਪਾਂ। ਅੱਗੇ ਵਾਟ ਡੂ ਯੂ ਮੀਨ ਬਾਈ ਬਾਇਓਡਾਇਵਰਸਿਟੀ? ਦੇਖੋ ਬਾਇਓਡਾਇਵਰਸਿਟੀ ਕੀ ਸੀਗੀ? ਆਪਾਂ ਦੋਵੇਂ ਗੱਲਾਂ ਆਈਆਂ ਸੀ ਦੱਸੇ ਨਾ, ਬਾਇਓ ਮੀਨਸ ਲਿਵਿੰਗ, ਲਿਵਿੰਗ ਥਿੰਗਸ ਕਿਹੜੀ ਹੁੰਦੀਆਂ? ਪਲਾਂਟਸ, ਐਨੀਮਲ ਐਂਡ ਮਾਈਕਰੋ ਆਰਗੇਨਿਜ਼ਮ। ਉਹਦਾ ਕੀ ਕਹਿੰਦਾ? ਵਿਚ ਇਨਕਲੂਡਸ ਲਾਰਜ ਨੰਬਰ ਆਫ ਪਲਾਂਟਸ ਨਹੀਂ, ਵਿਚ ਇਨਕਲੂਡਸ ਲਾਰਜ ਨੰਬਰ ਆਫ ਐਨੀਮਲਸ ਨਹੀਂ, ਬੇਅਰ ਵਰਾਇਟੀ ਆਫ ਪਲਾਂਟਸ ਐਨੀਮਲਸ ਐਂਡ ਅਦਰ ਆਰਗੇਨਿਜ਼ਮ। ਠੀਕ ਹੈ। ਲਿਵਡ ਇਨ ਏ ਪਾਰਟੀਕੂਲਰ ਹੈਬਿਟੇਟ ਬਾਈ ਕੋਆਰਡੀਨੇਟਿੰਗ ਵਿਦ ਦੈਮਸੈਲਵ ਐਂਡ ਵਿਦ ਦਾ ਐਨਵਾਇਰਨਮੈਂਟ, ਮਤਲਬ ਪਲਾਂਟਸ ਵੀ ਆਣੇ ਆ, ਐਨੀਮਲਸ ਵੀ ਆਣੇ ਐਂਡ ਅਦਰ ਮਤਲਬ ਮਾਈਕਰੋ ਆਰਗੇਨਿਜ਼ਮ, ਉਹ ਸਾਰੇ ਆਣਗੇ। ਫਿਰ ਕੀ ਬਣਨੀਆਂ? ਦੈਟ ਕੰਸਟੀਚੂਐਂਟ ਦਾ ਬਾਇਓਡਾਇਵਰਸਿਟੀ। ਠੀਕ ਹੈ ਜੀ। ਇਸ ਕਰਕੇ ਇਹਦਾ ਆਨਸਰ ਸੀ। A science teacher told the importance of recycling of paper in morning assembly. What are the benefits of recycling of paper? ਬੇਟਾ ਅਸੀਂ ਲਾਸਟ ਪੇਪਰ ਪੜ੍ਹਿਆ ਸੀ ਨਾ, ਰੀਸਾਈਕਲਿੰਗ ਆਫ ਪੇਪਰ। ਜਿਹੜਾ ਅਸੀਂ ਕਾਗਜ਼ ਅਸੀਂ ਕਾਗਜ਼ ਨੂੰ ਫਾੜ ਕੇ ਸਿੱਟਣਾ ਨਹੀਂ ਹੈਗਾ, ਅਸੀਂ ਉਹਨੂੰ ਰੱਦੀ ਵਾਲੇ ਨੂੰ ਵੇਚਣਾ, ਤਾਂ ਕਿ ਰੱਦੀ ਵਾਲਾ ਜਿਹੜਾ ਹੈਗਾ ਉਹ ਉੱਥੇ ਉਸ ਫੈਕਟਰੀ ਵਿੱਚ ਦੇ ਦੇਵੇ ਜਿੱਥੇ ਜਾ ਕੇ ਉਹ ਤੋਂ ਮੁੜ ਕੇ ਨਵਾਂ ਕਾਗਜ਼ ਬਣ ਸਕੇ, ਉਹਨੂੰ ਬੋਲੇ ਰੀਸਾਈਕਲਿੰਗ। ਠੀਕ ਹੈ ਨਾ। ਵਾਈ ਦਿਸ ਵੀ ਡਿਕਰੀਜ਼ ਡੀਫਰੈਸਟੇਸ਼ਨ, ਵਾਈ ਦਿਸ ਵੀ ਕੰਜ਼ਰਵ ਵਾਟਰ ਐਂਡ ਐਨਰਜੀ, ਵਾਈ ਦਿਸ ਵੀ ਕੈਨ ਰੀਯੂਜ਼ ਦਾ ਯੂਜ਼ਡ ਪੇਪਰ। ਠੀਕ ਹੈ ਨਾ। ਆਪਾਂ ਨੂੰ ਪਤਾ ਸੀ ਵੀ ਜਿਹੜਾ 1 ਟਨ ਪੇਪਰ ਬਣਾਉਣ ਦੇ ਲਈ 17 ਵੱਡੇ ਦਰਖਤ ਕੱਟਣੇ ਪੈਂਦੇ। ਠੀਕ ਹੈ ਨਾ। ਪੇਪਰ ਆਪਾਂ ਰੀਸਾਈਕਲ ਕਰਾਂਗੇ, ਦਰਖਤ ਬਚ ਗਏ। ਇਟ ਬਾਈ ਦਿਸ ਵੀ ਡਿਕਰੀਜ਼ ਡੀਫਰੈਸਟੇਸ਼ਨ, ਬਾਈ ਦਿਸ ਵੀ ਕੰਜ਼ਰਵ ਵਾਟਰ ਐਂਡ ਐਨਰਜੀ, ਕਿਉਂਕਿ ਉਹ ਕਾਗਜ਼ ਬਣਾਉਣ ਦੇ ਲਈ ਪਾਣੀ ਵੀ ਲੱਗਦਾ ਆ, ਐਨਰਜੀ ਇਲੈਕਟ੍ਰੀਸਿਟੀ ਵੀ ਯੂਜ਼ ਹੋਣੀ, ਉਹ ਵੀ ਬਚ ਗਈ ਸਾਰੀ। ਬਾਈ ਦਿਸ ਵੀ ਕੈਨ ਰੀਯੂਜ਼ ਦਾ ਯੂਜ਼ਡ ਪੇਪਰ, ਜਿਹੜਾ ਪੇਪਰ ਆਪਾਂ ਪਹਿਲਾਂ ਵਰਤਿਆ ਸੀਗਾ ਅਸੀਂ ਉਹਨੂੰ ਦੁਬਾਰਾ ਵੀ ਇਸਤੇਮਾਲ ਕਰ ਸਕਦੇ। ਇਸ ਕਰਕੇ ਇਹਦਾ ਆਨਸਰ ਕੀ ਹੈਗਾ? ਆਲ ਆਫ ਦਾ ਅਬਵ। ਅੱਗੇ ਬੇਟਾ ਹੈਗਾ ਹਾਂ, ਰਾਈਟ ਦਾ ਰੀਜ਼ਨ ਐਂਡ ਇਫੈਕਟ ਆਫ ਡੀਫਰੈਸਟੇਸ਼ਨ। Due to this, quality of soil will be changed. Due to this, large space available for wild animals to go here and there. Due to this, we will easily see the wild animal to go here and there. ਇਹਦੇ ਵਿੱਚ ਆਪਾਂ none of the these ਲਿਖਿਆ ਹੈ, ਸਾਰੇ ਆ ਜਾਣੇ ਇਹਦੇ ਵਿੱਚ। ਲਿਖਿਆ ਨਾ due to reason and effect of deforestation, ਰਾਈਟ ਦਾ ਰੀਜ਼ਨ ਐਂਡ ਇਫੈਕਟ ਆਫ ਡੀਫਰੈਸਟੇਸ਼ਨ। ਇਹ ਕੁਐਸਚਨ ਗਲਤ ਆ ਬੇਟਾ ਇਹ, ਠੀਕ ਹੈ ਨਾ, ਇਹਨੂੰ ਨੋਟ ਨਹੀਂ ਕਰਨਾ ਹੈਗਾ। ਇਹ ਪੁੱਛਣਾ ਵੀ ਰੀਜ਼ਨ ਤੇ ਕਹਿੰਦਾ ਕਾਰਨ ਕੀ ਆ ਤੇ ਇਫੈਕਟ ਕੀ ਆ। ਇਸ ਕਰਕੇ ਇਹਦਾ ਜ਼ਿਆਦਾ ਇਫੈਕਟ ਪੁੱਛ ਸਕਦਾ ਆ। ਇਫੈਕਟ ਆਫ ਡੀਫਰੈਸਟੇਸ਼ਨ ਡਿਊ ਟੂ ਦਿਸ ਕੁਆਲਿਟੀ ਆਫ ਸੋਇਲ ਵਿਲ ਬੀ ਚੇਂਜ, ਡਿਊ ਟੂ ਦਿਸ ਲਾਰਜ ਸਪੇਸ ਅਵੇਲੇਬਲ ਫॉर ਵਾਈਲਡ ਐਨੀਮਲਸ ਟੂ ਗੋ ਹੇਅਰ ਐਂਡ। ਇਹ ਛੱਡ ਦਿਓ ਕੁਐਸਚਨ ਇਹ। ਠੀਕ ਹੈ। 13 ਕੁਐਸਚਨ ਆਪਾਂ ਨੋਟ ਕਰ ਅੱਗੇ ਬੇਟਾ। ਰਾਈਟ ਡਾਊਨ ਦਾ ਡਿਫਰੈਂਸ ਬਿਟਵੀਨ ਯੂ ਐਂਡ ਵਾਈਲਡ ਲਾਈਫ ਸੈਂਚੁਰੀ। ਦੇਖੋ ਪ੍ਰੋਟੈਕਸ਼ਨ ਫॉर ਐਨੀਮਲ ਇਜ਼ ਅਵੇਲੇਬਲ ਇਨ ਜ਼ੂ ਸੈਂਚੁਰੀ। ਸੈਂਚੁਰੀ ਵਿੱਚ ਵੀ ਪ੍ਰੋਟੈਕਟ ਕੀਤੇ ਜਾਂਦੇ ਵਾਈਲਡ ਐਨੀਮਲ, ਜ਼ੂ ਦੇ ਵਿੱਚ ਵੀ ਹੁੰਦਾ। ਜ਼ੂ ਕੀ ਆ? ਇਨ ਜ਼ੂ ਐਨੀਮਲਸ ਲਿਵ ਇਨ ਨੈਚੁਰਲ ਇਨਵਾਇਰਮੈਂਟ, ਨਹੀਂ ਨੈਚੁਰਲ ਦੇ ਵਿੱਚ ਨਹੀਂ ਹੁੰਦਾ, ਉਹ ਆਪਾਂ ਦਾ ਆਰਟੀਫਿਸ਼ੀਅਲ ਸੈਟਿੰਗ ਸੀਗੀ। ਜੇ ਤੁਹਾਨੂੰ ਤੁਸੀਂ ਪੜ੍ਹਿਆ ਹੋਵੇ, ਜ਼ੂ ਇਜ਼ ਐਨ ਆਰਟੀਫਿਸ਼ੀਅਲ ਸੈਟਿੰਗ। ਠੀਕ ਹੈ। ਬਟ ਇਨ ਸੈਂਚਰੀਜ਼ ਐਨੀਮਲਸ ਲਿਵ ਇਨ ਆਰਟੀਫਿਸ਼ੀਅਲ ਇਨਵਾਇਰਮੈਂਟ, ਉਲਟ ਕਰਤਾ ਇਹਨੇ। ਠੀਕ ਹੈ ਨਾ। ਜ਼ੂ ਜਿਹੜਾ ਆਰਟੀਫਿਸ਼ੀਅਲ ਆ, ਸੈਂਚਰੀ ਨੈਚੁਰਲ ਆ।
In a sanctuary, animals live in a natural environment, but in a zoo, animals live in an artificial environment. ਇਸ ਕਰਕੇ ਆਨਸਰ ਕੀ ਹੈਗਾ ਸੀ। ਠੀਕ ਹੈ ਨਾ, ਜੂ ਇਜ਼ ਏ ਆਰਟੀਫਿਸ਼ੀਅਲ ਸੈਟਿੰਗ। ਆਪਾਂ ਪਹਿਲੇ ਹੀ ਪੜ੍ਹਿਆ ਸੀ ਜੂ ਦੇ ਵਿੱਚ ਡਿਫਰੈਂਸ ਬਿਟਵੀਨ ਜੂ ਐਂਡ ਸੈਂਚਰੀ, ਪੜ੍ਹਿਆ ਸੀ ਨਾ ਬੇਟਾ। ਹਾਂ, ਪਤਾ ਇੱਕ ਗੱਲ ਯਾਦ ਰੱਖਣੀ ਆ, ਜਿੰਨੇ MCQ ਕੁਐਸਚਨ ਆ, ਮਲਟੀਪਲ ਚੋਇਸ ਕੁਐਸਚਨ ਆ, ਉਹ ਕਿਤੇ ਉਹ ਬਾਹਰੋਂ ਨਹੀਂ ਆਣੇ। ਅਗਰ ਅਸੀਂ ਚੈਪਟਰ ਨੂੰ ਧਿਆਨ ਨਾਲ ਪੜ੍ਹਿਆ, ਠੀਕ ਹੈ ਨਾ, ਕਰ ਲਏ, ਤੇ ਸਾਨੂੰ ਬਾਕੀ ਆਨਸਰ ਕੁਐਸਚਨ ਆਪੇ ਆ ਜਾਣੇ। ਅਗਰ ਅਸੀਂ ਉਹ ਨਹੀਂ ਯਾਦ ਕਰਾਂਗੇ ਤਾਂ ਸਾਨੂੰ ਫੇਰ ਨਹੀਂ ਆਣੇ ਹੈਗੇ। ਅੱਗੇ ਵਾਟ ਇਨ ਐਨ ਇਕੋਸਿਸਟਮ ਬੇਟਾ ਕੀ ਹੁੰਦਾ? ਇਕੋਸਿਸਟਮ ਜਿਹੜਾ ਹੁੰਦਾ ਉਹਦੇ ਵਿੱਚ ਪਲਾਂਟਸ, ਐਨੀਮਲ ਤੇ ਏਬਾਇਓਟਿਕ ਕੰਪੋਨੈਂਟ, ਮਤਲਬ ਸਨਲਾਈਟ, ਏਅਰ, ਵਾਟਰ, ਸਾਰਾ ਕੁਝ ਆ ਜਾਂਦਾ ਹੈ। ਇਹਦੇ ਵਿੱਚ ਕੀ ਲਿਖਿਆ? ਬਲੈਕ ਡੀਅਰ ਐਂਡ ਵਾਈਟ ਆਈਡ ਡੀਅਰ, ਗੋਲਡਨ ਕੈਟ ਐਂਡ ਡੱਕ ਵਿਦ ਪਿੰਕ ਹੈਡ, ਪਾਈਥਨ ਰਾਈਨੋਸੋਰਸ, ਆਲ ਆਫ ਦਾ। ਇਹ ਇਕੋਸਿਸਟਮ ਦੀ ਡੈਫੀਨੇਸ਼ਨ ਵੀ ਗਲਤ ਆ ਇਹ, ਠੀਕ ਹੈ ਨਾ। ਵਟ ਇਜ਼ ਇਨਕਲੂਡਡ ਇਨ ਇਕੋਸਿਸਟਮ, ਇੱਥੇ ਜਿਹੜਾ ਹੈਗਾ ਆਪਾਂ ਇਕੋਸਿਸਟਮ ਨਹੀਂ ਕਹਿ ਸਕਦੇ। ਇਹ ਤਾਂ ਕੋਈ ਏਰੀਆ ਦੱਸ ਦਿੱਤਾ ਇਹਨੇ, ਠੀਕ ਹੈ ਨਾ। ਬਾਇਓਸਫੀਅਰ ਰਿਜ਼ਰਵ ਆ ਜਾਂ ਕੁਛ ਵੀ ਆ, ਹੋ ਸਕਦਾ ਆ। ਇਕੋਸਿਸਟਮ ਹੁੰਦਾ ਦੈਟ ਇਜ਼ ਕੰਪੋਜ਼ਡ ਆਫ ਦਾ ਪਲਾਂਟਸ, ਐਨੀਮਲਸ, ਬਾਇਓਟਿਕ ਐਂਡ ਏਬਾਇਓਟਿਕ ਕੰਪੋਨੈਂਟ। ਇਹਦੇ ਬਾਰੇ ਡਿਟੇਲ ਵਿੱਚ ਦੱਸਾਂਗੇ ਤੁਹਾਨੂੰ ਕਿਸੇ ਦਿਨ, ਟਾਈਮ ਲੱਗਿਆ ਤਾਂ ਮੈਨੂੰ, ਠੀਕ ਹੈ ਨਾ। ਪਰ ਇਕੋਸਿਸਟਮ ਨਹੀਂ ਹੈਗਾ ਇਹ। ਅੱਗੇ ਵਾਟ ਇਨ ਇਕੋਸਿਸਟਮ, ਫਿਰ ਆ ਗਿਆ, ਆ ਦੇਖੋ ਆ ਗਿਆ ਥੱਲੇ, it includes all plants and animals, it includes all microorganism, it all living। ਆ ਦੇਖੋ ਲਾਸਟ ਆ ਗਿਆ ਨਾ, ਪਤਾ 15ਵਾਂ ਨਹੀਂ ਕਰਨਾ, 16ਵਾਂ ਕਰ ਲੈਣਾ, ਠੀਕ ਆ। ਹੈਲੋ ਸਰ ਜੀ, ਮੈਂ ਕਲਾਸ ਲਾਈ, ਐਮਰਜੈਂਸੀ ਤਾਂ ਨਹੀਂ ਕੋਈ? ਨਹੀਂ ਐਮਰਜੈਂਸੀ ਨਹੀਂ, ਬਾਅਦ ਚ ਕਰ ਲਿਓ ਫਿਰ। ਹਾਂਜੀ ਹਾਂਜੀ ਸਰ, ਹਾਂਜੀ ਮੈਂ ਕਰਦਾ 10 ਮਿੰਟ ਚ ਕਰਦਾ ਜੀ। ਓਕੇ ਓਕੇ, ਹਾਂ ਠੀਕ ਹੈ ਸਰ। ਸੋਨੀ ਜੀ, ਹਾਂਜੀ ਬੇਟਾ, ਇਹ ਸਾਡਾ ਚੈਪਟਰ ਸੀਗਾ, ਮਤਲਬ 15ਵਾਂ ਕੁਐਸਚਨ ਜਿਹੜਾ ਉਹ ਗਲਤ ਆ, ਆਪਾਂ ਕਰਨਾ ਨਹੀਂ ਹੈਗਾ, ਠੀਕ ਹੈ ਨਾ। 16ਵਾਂ ਕੁਐਸਚਨ ਸਹੀ ਆ, ਠੀਕ ਆ ਪੁੱਤ। ਹਾਂ, ਮਤਲਬ 15ਵਾਂ, that is not an ecosystem that contains all living ਕਿਆ ਹੁੰਦਾ, ਠੀਕ ਹੈ ਬੇਟਾ। ਇਟ ਇਨਕਲੂਡਸ ਆਲ ਨॉन ਲਿਵਿੰਗ ਥਿੰਗਸ ਲਾਈਕ এনवायरमेंट, ਸੋਇਲ, ਰਿਵਰ ਐਂਡ ਡੈਲਟਾਸ ਐਟਸੈਟਰਾ। ਇਟ ਇਨਕਲੂਡ, ਇਹ ਸਾਰੇ ਆਣੇ ਬੇਟਾ ਇਹਦੇ ਵਿੱਚ, ਆਲ ਆਫ ਦਾ ਬਾਬਾ ਨੇ। ਇਹਦਾ ਵੀ ਆਨਸਰ ਗਲਤ ਕੀਤਾ ਇਹਨੇ। ਇਕੋਸਿਸਟਮ ਦੇ ਵਿੱਚ ਆਲ ਲਿਵਿੰਗ ਐਂਡ ਨॉन ਲਿਵਿੰਗ ਆਰਗੇਨਿਜ਼ਮ ਆਉਂਦੇ ਆ, ਪਲਾਂਟਸ ਵੀ ਆਣੇ ਆ, ਸਾਰੇ ਮਾਈਕਰੋ ਆਰਗੇਨਿਜ਼ਮ, ਔਰ ਸਾਰਾ ਕੁਝ ਹੀ ਆਣਾ। ਇਸ ਕਰਕੇ ਦਾ ਆਨਸਰ ਕੀ ਹੈ? ਆਲ ਆਫ ਦਾ ਅਬਵ। ਕੁਐਸਚਨ ਨੰਬਰ 16 ਦਾ ਜਿਹੜਾ ਆਨਸਰ ਵਾ ਉਹ ਡੀ ਆ, ਸੀ ਨਹੀਂ ਹੈਗਾ। ਹਾਂ ਬੇਟਾ, ਇਹਦੇ ਨਾਲ ਸਾਡਾ ਜਿਹੜਾ ਚੈਪਟਰ ਮੁੱਕ ਗਿਆ ਇਹ, ਠੀਕ ਆ। ਸ਼ਾਮ ਤੱਕ ਜੇ ਤੁਸੀਂ ਮੈਨੂੰ ਸਾਰੇ ਸੈਂਡ ਕਰ ਦੋਗੇ ਵੀ ਅਸੀਂ ਸਰ ਸਾਡਾ ਕੰਮ ਹੋ ਗਿਆ ਆ, ਫਿਰ ਅਸੀਂ ਕੱਲ੍ਹ ਨੈਕਸਟ ਚੈਪਟਰ ਸ਼ੁਰੂ ਕਰਾਂਗੇ।